ਸਤਿ ਸ਼੍ਰੀ ਅਕਾਲ ਜੀ। ਰੈਸਟਵੇ ਐਕਸਪ੍ਰੈਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੈਸਮੀਨ ਸੰਦਰ ਵੱਲੋਂ ਸਵਾਗਤ ਹੈ। ਦੋਸਤੋ, ਸਾਡੇ ਨਾਲ ਹਮੇਸ਼ਾ ਹੀ ਸਿਰਮੌਰ ਹਸਤੀਆਂ ਹੁੰਦੀਆਂ ਹਨ ਜਾਂ ਫਿਰ ਉਹ ਲੋਕੀ ਜੋ ਸਮਾਜ ਦੇ ਵਿੱਚ ਜੋ ਲੋਕਾਂ ਦੇ ਲਈ ਜਾਂ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕਰਦੇ ਹਨ। ਅੱਜ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਰੈਸਟਵੇ ਐਕਸਪ੍ਰੈਸ ਚੈਨਲ ਤੇ ਅੱਜ ਅਸੀਂ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ PNVR ਸੈਟੀ ਹੁਸ਼ਿਆਰਪੁਰ ਦੇ ਡਾਇਰੈਕਟਰ ਕ੍ਰਿਸ਼ਨ ਗੋਪਾਲ ਸ਼ਰਮਾ ਜੀ ਨੂੰ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇਸ ਸੰਸਥਾ ਦੇ ਬਾਰੇ ਵਿੱਚ। ਥੈਂਕ ਯੂ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਲਈ ਕੁਝ ਸਮਾਂ ਕੱਢਿਆ। ਨਮਸਕਾਰ ਜੀ, ਮੈਂ ਅੱਜ ਰੈਸਟਵੇ ਐਕਸਪ੍ਰੈਸ ਦੇ ਰਿਪੋਰਟਰਸ ਦਾ ਇਸ RCT ਆਫਿਸ ਆਉਣ 'ਤੇ ਬਹੁਤ ਸਾਰਾ ਸਵਾਗਤ ਕਰਦਾ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਅੱਜ ਆਪਣੇ ਇਸ RCT ਪ੍ਰੋਗਰਾਮ ਦੇ ਬਾਰੇ ਨੌਲੇਜ ਲੈਣ ਲਈ ਜਾਂ ਆਪਣੇ ਜਿਹੜੇ ਸਾਡੇ ਕੈਂਡੀਡੇਟ ਨੇ ਉਹਨਾਂ ਦੀ ਨੌਲੇਜ ਦੇ ਵਾਧੇ ਲਈ ਤੁਸੀਂ ਅੱਜ ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ। ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਸਰ, ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਹੈ ਕਿ RCT ਦਾ ਮੀਨਿੰਗ ਕੀ ਹੈ। ਮੈਡਮ, RCT ਦਾ ਮਤਲਬ ਹੈ ਰੂਰਲ ਸੈਲਫ ਇੰਪਲਾਇਮੈਂਟ ਟ੍ਰੇਨਿੰਗ ਇੰਸਟੀਚਿਊਟ, ਯਾਨੀ ਕਿ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ। ਇਹ ਜਿਹੜੀ ਸੰਸਥਾ ਹੈ ਇਹ ਲਗਭਗ 1982 ਦੇ ਵਿੱਚ ਬੈਂਗਲੌਰ ਤੋਂ ਸ਼ੁਰੂ ਹੋਈ ਸੀ ਔਰ ਬੈਂਗਲੌਰ ਦੇ ਵਿੱਚ ਇੱਕ ਜਗ੍ਹਾ ਹੈ ਧਰਮਸਥਲ, ਉੱਥੇ ਦੇ ਜਿਹੜੇ ਟਰਸਟੀ ਨੇ ਡਾਕਟਰ D ਬਰਿੰਦਰ ਹੈਗੜੇ, ਉਹਨਾਂ ਵੱਲੋਂ ਇਹ ਕਨਸੈਪਟ ਜਿਹੜਾ ਸੀ RCT ਦਾ ਉਹ ਸ਼ੁਰੂ ਕੀਤਾ ਗਿਆ ਸੀਗਾ। ਹਾਂਜੀ ਸਰ, ਇਸ ਸੰਸਥਾ ਦਾ ਮੇਨ ਪਰਪਸ ਕੀ ਹੈ? ਮੈਡਮ, ਇਹ ਪਹਿਲੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹ ਸੰਸਥਾ ਵਰਚੁਅਲੀ ਬੈਂਗਲੌਰ ਤੋਂ ਸ਼ੁਰੂ ਹੋਈ ਸੀ ਔਰ ਇਹਦਾ ਜਿਹੜਾ ਸਟਾਰਟਿੰਗ ਪੁਆਇੰਟ ਹੈ ਉਹ ਸਾਡੇ ਸਰਪ੍ਰਸਤ ਡਾਕਟਰ D ਬਰਿੰਦਰ ਹੈਗੜੇ ਦੁਆਰਾ ਸ਼ੁਰੂ ਕੀਤਾ ਗਿਆ ਸੀਗਾ। ਕਿਉਂਕਿ ਡਾਕਟਰ D ਬਰਿੰਦਰ ਹੈਗੜੇ ਕਰਨਾਟਕਾ ਦੇ ਵਿੱਚ ਬੈਂਗਲੌਰ ਦੇ ਵਿੱਚ ਇੱਕ ਐਡੀ ਵੱਡੀ ਹਸਤੀ ਹੈ ਕਿ ਬਹੁਤ ਸਾਰੇ ਲੋਕ ਜਦੋਂ ਉਹਨਾਂ ਨੂੰ ਨੌਕਰੀਆਂ ਨਹੀਂ ਸੀ ਮਿਲਦੀਆਂ ਜਾਂ ਉਹਨਾਂ ਕੋਲ ਆਪਣਾ ਸਵੈ ਰੋਜ਼ਗਾਰ ਨਹੀਂ ਸੀ ਹੁੰਦਾ ਤਾਂ ਉਹ ਉਹਨਾਂ ਕੋਲ ਜਾ ਕੇ ਰਿਕੁਐਸਟ ਕਰਦੇ ਸੀ। ਜਦੋਂ ਵੀ ਕੋਈ ਨੌਕਰੀ ਨਿਕਲਣੀ ਤੇ ਲੋਕਾਂ ਨੇ ਉਹਨਾਂ ਕੋਲ ਜਾ ਕੇ ਰਿਕੁਐਸਟ ਕਰਨੀ ਕਿ ਸਾਨੂੰ ਨੌਕਰੀ ਦਵਾ ਦਿਓ ਜਾਂ ਸਾਡਾ ਕੋਈ ਸਵੈ ਰੋਜ਼ਗਾਰ ਸੈਟਲ ਕਰਨ ਦੇ ਵਿੱਚ ਸਾਡੀ ਕੋਈ ਹੈਲਪ ਕਰੋ। ਤੇ ਡਾਕਟਰ D ਬਰਿੰਦਰ ਹੈਗੜੇ ਇੰਨੇ ਦਿਆਲੂ ਪ੍ਰਵਿਰਤੀ ਦੇ ਲੋਕ ਨੇ ਕਿ ਉਹਨਾਂ ਨੇ ਬਹੁਤ ਹੀ ਕੈਂਡੀਡੇਟਸ ਨੂੰ ਟ੍ਰੇਨਿੰਗ ਦਵਾ ਕੇ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਔਰ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਨੌਕਰੀਆਂ ਵੀ ਦਿਲਾਈਆਂ। ਜਦੋਂ ਉਹਨਾਂ ਕੋਲ ਬਹੁਤ ਸਾਰੇ ਕੈਂਡੀਡੇਟਸ ਆ ਜਾਂਦੇ ਸੀ ਤਾਂ ਉਹਨਾਂ ਦੇ ਲਈ ਇਹ ਪਰੇਸ਼ਾਨੀ ਹੋ ਜਾਂਦੀ ਸੀ ਵੀ ਅਸੀਂ ਕਿਹੜੇ ਕੈਂਡੀਡੇਟ ਨੂੰ ਨੌਕਰੀ ਦਵਾਈਏ ਤੇ ਕਿਹੜੇ ਨੂੰ ਨਾ ਦਵਾਈਏ। ਜਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਆਇਆ ਵੀ ਮੈਂ ਬਹੁਤ ਸਾਰੇ ਕੈਂਡੀਡੇਟਸ ਦੀ ਹੈਲਪ ਨਹੀਂ ਕਰ ਸਕਦਾ ਤੇ ਉਹਨਾਂ ਨੇ ਉੱਥੇ ਦੇ ਜਿਹੜੇ ਸਾਊਥ ਦੇ 2 ਬੈਂਕ ਹੈਗੇ ਸੀ, ਸਿੰਡੀਕੇਟ ਬੈਂਕ ਐਂਡ ਕੈਨਰਾ ਬੈਂਕ, ਉਹਨਾਂ ਦੀ ਮੈਨੇਜਮੈਂਟ ਨੂੰ ਅਪਰੋਚ ਕੀਤਾ ਔਰ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ ਕਿ ਕਿਉਂ ਨਾ ਅਸੀਂ, ਕਿਉਂਕਿ ਹਰ ਬੰਦੇ ਨੂੰ ਨੌਕਰੀ ਨਹੀਂ ਦਿਲਵਾਈ ਜਾ ਸਕਦੀ, ਨੌਕਰੀਆਂ ਵੀ ਇੰਨੀਆਂ ਨਹੀਂ ਹੈ। ਪਹਿਲੇ ਤਾਂ ਸਰਕਾਰੀ ਨੌਕਰੀ ਮਿਲ ਜਾਂਦੀ ਹੁੰਦੀ ਸੀ ਪਰ ਅੱਜ ਕੱਲ੍ਹ ਤਾਂ ਸਰਕਾਰੀ ਨੌਕਰੀ ਵੀ ਨਹੀਂ ਮਿਲਦੀ, ਨਾ ਹੀ ਪ੍ਰਾਈਵੇਟ ਵੀ ਮਿਲਦੀ ਹੈ। ਸੋ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਕਿਉਂ ਨਾ ਅਸੀਂ ਜਿਹੜਾ ਹੈ ਲੋਕਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਬੈਂਕ ਕੋਲੋਂ ਫੰਡਸ ਅਵੇਲੇਬਲ ਕਰਾ ਕੇ ਕਿ ਉਹਨਾਂ ਨੂੰ ਸਵੈ ਰੋਜ਼ਗਾਰ ਦੇ ਲਈ ਪ੍ਰੇਰਿਤ ਕਰੀਏ। ਔਰ ਇਸੇ ਉਦੇਸ਼ ਨੂੰ ਧਿਆਨ ਰੱਖਦੇ ਹੋਏ ਉਸ ਵੇਲੇ ਦੇ ਜਿਹੜੀ ਕੈਨਰਾ ਬੈਂਕ ਦੀ ਔਰ ਸਿੰਡੀਕੇਟ ਬੈਂਕ ਦੀ ਜਿਹੜੀ ਮੈਨੇਜਮੈਂਟ ਸੀ ਉਹਨਾਂ ਨਾਲ ਡਾਕਟਰ D ਬਰਿੰਦਰ ਹੈਗੜੇ ਨੇ ਬੈਂਗਲੌਰ ਦੇ ਵਿੱਚ ਟਾਈ ਅਪ ਕਰਕੇ ਰੂਰਲ ਡਿਵੈਲਪਮੈਂਟ ਐਂਡ ਸੈਲਫ ਇੰਪਲਾਇਮੈਂਟ ਟ੍ਰੇਨਿੰਗ ਇੰਸਟੀਚਿਊਟ ਜਿਹੜੇ ਸੀ ਉਹ ਸਥਾਪਿਤ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਕਈ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੇ ਇਹ ਜਿਹੜੇ ਟ੍ਰੇਨਿੰਗ ਇੰਸਟੀਚਿਊਟ ਸੀ ਰੂਟ ਸੈਟ, ਜਿਨ੍ਹਾਂ ਨੂੰ ਅਸੀਂ ਕਹਿੰਦੇ ਰੂਟ ਸੈਟ ਹੀ ਰੂਰਲ ਡਿਵੈਲਪਮੈਂਟ ਐਂਡ ਸੈਲਫ ਇੰਪਲਾਇਮੈਂਟ ਟ੍ਰੇਨਿੰਗ ਇੰਸਟੀਚਿਊਟ ਜਿਹੜੇ ਸੀ ਉਹ ਸੈਟਅਪ ਕੀਤੇ ਗਏ। ਜੀ ਸਰ, ਕਿਸ ਕੈਟੇਗਰੀ ਦੇ ਕੈਂਡੀਡੇਟਸ ਤੁਹਾਡੇ ਕੋਲ ਆਉਂਦੇ ਇੱਥੇ ਕੋਰਸ ਵਗੈਰਾ ਕਰਨ? ਸਾਰਾ ਮੈਡਮ, ਸਾਡੇ ਜਿਹੜੇ ਕੈਂਡੀਡੇਟਸ ਨੇ ਉਹ ਜ਼ਿਆਦਾਤਰ BPL ਕੈਟਾਗਰੀ ਯਾਨੀ ਬਿਲੋ ਪਾਵਰਟੀ ਲਾਈਨ ਕੈਟਾਗਰੀ ਦੇ ਕੈਂਡੀਡੇਟ ਸਾਡੇ ਕੋਲ ਆਉਂਦੇ ਨੇ। ਸੈਲਫ ਹੈਲਪ ਗਰੁੱਪ ਦੇ ਮੈਂਬਰਸ ਜਿਹੜੇ ਹੈ ਉਹ ਕੈਂਡੀਡੇਟ ਸਾਡੇ ਕੋਲ ਟ੍ਰੇਨਿੰਗ ਲੈਂਦੇ ਨੇ। ਜਿਹੜੇ ਜੀ ਵੈਲ ਟੂ ਡੂ ਹੈਗੇ ਆ ਯਾਨੀ ਜਿਹੜੇ APL ਅਬਵ ਪਾਵਰਟੀ ਲਾਈਨ ਦੇ ਕੈਂਡੀਡੇਟਸ ਹੈਗੇ ਆ ਉਹ ਤੇ ਕੋਈ ਨਾ ਕੋਈ ITI, ਕੋਈ ਪੋਲੀਟੈਕਨੀਕਲ ਜਾਂ ਦੂਸਰੇ ਕੋਰਸਿਸ ਵਗੈਰਾ ਦੇ ਵਿੱਚ ਚਲੇ ਜਾਂਦੇ ਨੇ, ਲੇਕਿਨ ਉੱਥੇ ਲੱਖਾਂ ਦੀ ਫੀਸ ਦੇਣੀ ਪੈਂਦੀ ਹੈ। ਔਰ ਜਿਹੜੇ ਬਿਲੋ ਪਾਵਰਟੀ ਲਾਈਨ ਕੈਂਡੀਡੇਟਸ ਹੈ ਜਾਂ ਸੈਲਫ ਹੈਲਪ ਗਰੁੱਪ ਦੇ ਜਿਹੜੇ ਕੈਂਡੀਡੇਟਸ ਨੇ ਉਹ ਇੰਨੀ ਹੈਵੀ ਫੀਸ ਨਹੀਂ ਪੇ ਕਰ ਸਕਦੇ ਔਰ ਉਹ ਨੇਚਰਲੀ ਉਹ ਕੋਈ ਨਾ ਕੋਈ ਕੰਮਕਾਰ ਸਿੱਖਣਾ ਚਾਹੁੰਦੇ ਆ, ਕੋਈ ਟੈਕਨੀਕਲ ਹੁਨਰ ਹਾਸਲ ਕਰਨਾ ਚਾਹੁੰਦੇ ਆ। ਇਸੇ
ਗੱਲ ਨੂੰ ਧਿਆਨ 'ਚ ਰੱਖਦੇ ਹੋਏ ਕਿ ਉਹ ਜ਼ਿਆਦਾ ਫੀਸ ਨਹੀਂ ਪੇ ਕਰ ਸਕਦੇ, ਉਹ ਕਿਸੇ ਐਸੀ ਸੰਸਥਾ ਬਾਰੇ ਸੋਚਦੇ ਆ ਜਾਂ ਦੇਖਦੇ ਆ ਕਿ ਜਿਸ ਸੰਸਥਾ ਦੇ ਵਿੱਚ ਸਾਨੂੰ ਕੋਈ ਟ੍ਰੇਨਿੰਗ ਵੀ ਦਿੱਤੀ ਜਾਵੇ ਔਰ ਸਾਡਾ ਖਰਚਾ ਵੀ ਬਹੁਤ ਸਾਰਾ ਨਾ ਹੋਵੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਇਹ ਆਰਸੈਟੀ ਦਾ ਜਿਹੜਾ ਬਾਅਦ ਦੇ ਵਿੱਚ ਡਾਕਟਰ ਡੀ ਵਰਿੰਦਰ ਹੈਗੜੇ ਨੇ ਜਦੋਂ ਇਹ ਦੋ ਬੈਂਕਾਂ ਨੇ ਰੂਟ ਸੈੱਟ ਸਥਾਪਿਤ ਕੀਤੇ ਤੇ ਸੈਂਟਰ ਗਵਰਨਮੈਂਟ ਕੋਲ ਇਹ ਇਨਫੋਰਮੇਸ਼ਨ ਗਈ ਕਿ ਬੰਗਲੌਰ ਦੇ ਵਿੱਚ ਡਾਕਟਰ ਡੀ ਵਰਿੰਦਰ ਹੈਗੜੇ ਇੱਕ ਐਸੀ ਪ੍ਰੈਕਟਿਸ ਐਕਸਰਸਾਈਜ਼ ਕਰ ਰਹੇ ਨੇ ਔਰ ਬਹੁਤ ਸਾਰੇ ਲੋਕਾਂ ਨੂੰ ਉਹ ਸੈਲਫ ਇੰਪਲੋਇਮੈਂਟ ਵੀ ਦਵਾ ਰਹੇ ਨੇ। ਸੋ ਉਹਨਾਂ ਨੇ ਸੈਂਟਰ ਗਵਰਨਮੈਂਟ ਕੋਲ ਜਾ ਕੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਔਰ ਸੈਂਟਰ ਗਵਰਨਮੈਂਟ ਨੂੰ ਇਹ ਜਿਹੜਾ ਕਨਸੈਪਟ ਹੈ ਆਰਸੈਟੀ ਦਾ ਇਹ ਬਹੁਤ ਹੀ ਅੱਛਾ ਲੱਗਾ ਔਰ ਸੈਂਟਰ ਗਵਰਨਮੈਂਟ ਨੇ ਉਸ ਤੋਂ ਬਾਅਦ ਇਹ ਆਰਡਰ ਪਾਸ ਕਰ ਦਿੱਤੇ ਕਿ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਆਰਸੈਟੀ ਯਾਨੀ ਰੂਰਲ ਸੈਲਫ ਇੰਪਲੋਇਮੈਂਟ ਟ੍ਰੇਨਿੰਗ ਇੰਸਟੀਚਿਊਟ ਜਿਹੜਾ ਉਹ ਸੈਟਅਪ ਕੀਤਾ ਜਾਵੇ। ਜੀ ਸਰ। ਔਰ ਫਿਰ ਪ੍ਰੋਬਲਮ ਸੀਗੀ ਕਿ ਇਸ ਇੰਸਟੀਚਿਊਟ ਨੂੰ ਚਲਾਏਗਾ ਕੌਣ, ਕਿਉਂਕਿ ਇਹ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸੈਟਅਪ ਹੋਣੇ ਸੀ ਤੇ ਗਵਰਨਮੈਂਟ ਨੇ ਡਿਸਾਈਡ ਕੀਤਾ ਕਿ ਬੈਂਕਰਸ ਇੱਕ ਐਸੀ ਸੰਸਥਾ ਹੈ, ਅਗਰ ਬੈਂਕਰਸ ਨੂੰ ਅਸੀਂ ਇਸ ਸੰਸਥਾ ਦੇ ਨਾਲ ਇਨਵੋਲਵ ਕਰੀਏ ਤੇ ਉਹ ਜ਼ਿਆਦਾ ਜਿਹੜਾ ਹੈ ਇਹ ਸੰਸਥਾ ਜਿਹੜੀ ਰਿਜ਼ਲਟ ਅੱਛੇ ਦੇ ਸਕਦੀ ਹੈ। ਇਸ ਕਰਕੇ ਗਵਰਨਮੈਂਟ ਨੇ ਸੋਚਿਆ ਕਿ ਅਸੀਂ ਬੈਂਕਾਂ ਨੂੰ ਹੀ ਇਸ ਸੰਸਥਾ ਨੂੰ ਮੈਨੇਜ ਕਰਨ ਦੀ ਜ਼ਿੰਮੇਵਾਰੀ ਕਿਉਂ ਨਾ ਦਿੱਤੀ ਜਾਵੇ। ਇਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਫਿਰ ਗਵਰਨਮੈਂਟ ਨੇ ਇਹ ਆਰਡਰ ਪਾਸ ਕੀਤੇ ਕਿ ਜਿਹੜਾ ਜਿਸ ਡਿਸਟ੍ਰਿਕਟ ਦੇ ਵਿੱਚ ਸਭ ਤੋਂ ਵੱਡਾ ਬੈਂਕ ਹੋਏਗਾ ਜਾਂ ਲੀਡ ਬੈਂਕ ਹੋਏਗਾ, ਲੀਡ ਬੈਂਕ ਦਾ ਮਤਲਬ ਹੈ ਕਿ ਜਿਹੜਾ ਬੈਂਕ ਸਭ ਤੋਂ ਵੱਡਾ ਉਸ ਡਿਸਟ੍ਰਿਕਟ ਦਾ ਬੈਂਕ ਹੈ ਜਾਂ ਸਭ ਤੋਂ ਨੰਬਰ ਆਫ ਬ੍ਰਾਂਚਿਸ ਜ਼ਿਆਦਾ ਹੈ ਜਾਂ ਅਮਾਊਂਟ ਆਫ ਬਿਜ਼ਨਸ ਜਿਸ ਬੈਂਕ ਦਾ ਜ਼ਿਆਦਾ ਹੈ ਉਹਨੂੰ ਲੀਡ ਬੈਂਕ ਜਿਹੜਾ ਹੈ ਉਹਨੂੰ ਕਿਹਾ ਜਾਂਦਾ ਹੈ ਔਰ RBI ਵੱਲੋਂ ਉਹਨੂੰ ਲੀਡ ਬੈਂਕ ਦੀ ਰਿਸਪੌਂਸਿਬਿਲਿਟੀ ਉਸ ਬੈਂਕ ਨੂੰ ਦਿੱਤੀ ਜਾਂਦੀ ਹੈ। ਹੁਸ਼ਿਆਰਪੁਰ ਦੇ ਵਿੱਚ ਕਿਉਂਕਿ ਪੰਜਾਬ ਨੈਸ਼ਨਲ ਬੈਂਕ ਜਿਹੜਾ ਹੈ ਇਹ ਸਭ ਤੋਂ ਵੱਡਾ ਬੈਂਕ ਹੈ ਵਿਦ ਮੋਰ ਦੈਨ 90 ਅਪਰੋਕਸੀਮੇਟ 90 ਬ੍ਰਾਂਚਿਸ ਤੇ ਔਰ ਬਿਜ਼ਨਸ ਦੇ ਵਿੱਚ ਵੀ ਸਭ ਤੋਂ ਵੱਡਾ ਬੈਂਕ ਹੈ ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ ਜ਼ਿਲ੍ਹੇ ਦਾ। ਇਸ ਕਰਕੇ ਹੁਸ਼ਿਆਰਪੁਰ ਦੇ ਵਿੱਚ ਇਸ ਸੰਸਥਾ ਨੂੰ ਚਲਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬ ਨੈਸ਼ਨਲ ਬੈਂਕ ਨੂੰ ਦਿੱਤੀ ਗਈ ਹੈ। ਔਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਇੱਥੇ ਦੇ ਕੈਂਡੀਡੇਟ ਕਿਹੜੇ ਆਉਂਦੇ ਆ, ਜਿੱਦਾਂ ਮੈਂ ਪਹਿਲੇ ਵੀ ਦੱਸਿਆ ਤੁਹਾਨੂੰ ਕਿ ਸਾਡੇ ਕੋਲ ਕੈਂਡੀਡੇਟ ਜਿਹੜੇ ਆ ਉਹ BPL ਕੈਂਡੀਡੇਟ ਯਾਨੀ ਬਿਲੋ ਪਾਵਰਟੀ ਲਾਈਨ ਕੈਂਡੀਡੇਟਸ ਆਉਂਦੇ ਨੇ ਔਰ ਸੈਲਫ ਹੈਲਪ ਗਰੁੱਪ ਦੇ ਮੈਂਬਰਸ ਦੇ ਕੈਂਡੀਡੇਟਸ ਆਉਂਦੇ ਨੇ। ਹੋਰ ਵੀ ਜਿਹੜੇ ਕੋਈ ਮਨਰੇਗਾ ਵਰਕਰਸ ਨੇ ਉਹ ਵੀ ਕੈਂਡੀਡੇਟ ਸਾਡੇ ਕੋਲ ਆਉਂਦੇ, ਯਾਨੀ ਸਾਡੇ ਕੋਲ ਕੈਂਡੀਡੇਟਸ ਉਹ ਆਉਂਦੇ ਨੇ ਜਿਹੜੇ ਜੀ ਬਹੁਤ ਸਾਰੀ ਫੀਸ ਪੇ ਨਹੀਂ ਕਰ ਸਕਦੇ ਔਰ ਡਾਊਨ ਟ੍ਰੋਡਨ ਕਮਿਊਨਿਟੀ ਨੂੰ ਉਹ ਬਿਲੋਂਗ ਕਰਦੇ ਆ। ਲੇਕਿਨ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਉਸ ਕੈਟਾਗਰੀ ਦੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਜਿਹੜੇ ਜੀ ਜਿਨ੍ਹਾਂ ਦਾ ਮਤਲਬ ਸਟੈਂਡਰਡ ਤਾਂ ਨਹੀਂ ਆਪਾਂ ਕਹਿ ਸਕਦੇ, ਲੇਕਿਨ ਜਿਹੜੇ ਜੀ ਜਿਨ੍ਹਾਂ ਨੂੰ ਇਹ ਫੈਸਿਲਿਟੀਜ਼ ਹਾਲੇ ਅਵੇਲੇਬਲ ਨਹੀਂ ਹੈ। ਹਾਂਜੀ ਸਰ, ਸਾਡੇ ਦਰਸ਼ਕ ਇਹ ਵੀ ਜਾਣਨਾ ਚਾਹੁੰਦੇ ਕਿ ਤੁਸੀਂ ਇੱਥੇ ਕੋਰਸ ਕਿਹੜੇ ਕਰਵਾਉਂਦੇ ਹੋ? ਦੇਖੋ ਮੈਡਮ, ਸਾਡੇ ਕੋਲ ਕੋਰਸ ਤਾਂ ਵੈਸੇ ਜੋ ਗਵਰਨਮੈਂਟ ਨੇ ਪ੍ਰੈਸਕ੍ਰਾਈਬ ਕੀਤੇ ਉਹ ਤਾਂ ਬਹੁਤ ਸਾਰੇ ਹੈਗੇ ਆ, ਕਿਉਂਕਿ 60 ਦੇ ਕਰੀਬ ਕੋਰਸਿਸ ਹੈਗੇ ਆ ਜੀ ਸਰ। ਲੇਕਿਨ ਸਾਡੇ ਇਸ ਇੰਸਟੀਚਿਊਟ ਦੇ ਵਿੱਚ ਜਿਹੜੇ ਜ਼ਿਆਦਾਤਰ ਕੈਂਡੀਡੇਟਸ ਜਿਹੜੇ ਕੋਰਸਿਸ ਦੀ ਡਿਮਾਂਡ ਕਰਦੇ ਆ ਅਸੀਂ ਉਹੀ ਚਲਾਉਂਦੇ ਆ, ਕਿਉਂਕਿ ਇਹ ਜਿਹੜੇ ਕੋਰਸਿਸ ਅਸੀਂ ਕਰਾਉਂਦੇ ਆ ਇਹ ਸਿਰਫ ਜੋ ਲੋਕਾਂ ਦੀ ਡਿਮਾਂਡ ਹੈ ਉਹਦੇ ਹਿਸਾਬ ਨਾਲ ਹੀ ਕਰਾਉਂਦੇ ਆ। ਸੋ ਸਾਡੇ ਕੋਲ ਜਿਹੜੇ ਇਸ ਵੇਲੇ ਕੋਰਸਿਸ ਚੱਲਦੇ ਨੇ ਉਹ ਕਰੀਬ 10 ਦੇ ਕਰੀਬ ਕੋਰਸਿਸ ਨੇ ਉਹ ਅਸੀਂ ਇੱਥੇ ਚਲਾਉਂਦੇ ਆ, ਜਿਨ੍ਹਾਂ ਵਿੱਚੋਂ ਲੜਕੀਆਂ ਲਈ ਬਿਊਟੀ ਪਾਰਲਰ ਦਾ ਕੋਰਸ ਹੈ ਔਰ ਵੂਮਨ ਟੇਲਰ ਦਾ ਕੋਰਸ ਹੈ ਔਰ ਲੜਕੀਆਂ ਲਈ ਮਿਕਸ ਇੱਕ ਕੋਰਸ ਹੈ ਕੰਪਿਊਟਰਾਈਜ਼ਡ ਅਕਾਊਂਟਿੰਗ ਦਾ ਕੋਰਸ ਜਿਹੜੇ, ਔਰ ਇਸ ਤੋਂ ਇਲਾਵਾ ਰੈਫਰੀਜਰੇਸ਼ਨ ਐਂਡ 에ਅਰ ਕੰਡੀਸ਼ਨਿੰਗ ਦਾ ਕੋਰਸ ਹੈ, ਫਿਰ ਇਲੈਕਟ੍ਰੀਸ਼ੀਅਨ ਦਾ ਕੋਰਸ ਹੈ, ਮੈਨਸ ਪਾਰਲਰ ਦਾ ਕੋਰਸ ਹੈ ਔਰ ਫਾਸਟ ਫੂਡ, ਪਲੰਬਰ, ਡੇਅਰੀ ਫਾਰਮਿੰਗ ਐਂਡ ਬਰਮਿੰਗ ਕੰਪੋਸਟ ਮੇਕਿੰਗ, ਪਾਪੜ ਪਿਕਲ ਐਂਡ ਮਸਾਲਾ ਪਾਊਡਰ ਮੇਕਿੰਗ, ਇਸ ਤਰ੍ਹਾਂ ਦੇ ਕਰੀਬ ਕੋਈ 10 ਕੋਰਸਿਸ ਨੇ ਜਿਹੜੇ ਜੀ ਸਾਡੇ ਇੰਸਟੀਚਿਊਟ 'ਚ ਦੁਆਰਾ ਚਲਾਏ ਜਾ ਰਹੇ ਨੇ। ਔਰ ਜਿਹੜੇ ਇਹ ਕੋਰਸਿਸ ਨੇ ਇਹਨਾਂ ਦਾ ਜਿਹੜਾ ਪੀਰੀਅਡ ਹੈ ਉਹ ਬਹੁਤ ਲੰਬਾ ਨਹੀਂ ਹੈ। ਬਹੁਤ ਸਾਰੇ ਜਿਹੜੇ ਜ਼ਿਆਦਾਤਰ ਕੋਰਸਿਸ ਨੇ ਉਹ ਅਸੀਂ 30 ਡੇਜ਼ ਦੇ ਕੋਰਸਿਸ ਨੇ ਔਰ ਕੁਝ ਕੋਰਸਿਸ 1-2 ਕੋਰਸਿਸ ਜਿਹੜੇ ਹੈ ਉਹ 10 ਡੇਜ਼ ਦੇ ਕੋਰਸਿਸ ਵੀ ਹਨ, ਜਿਸ ਤਰ੍ਹਾਂ ਅਚਾਰ ਮੁਰੱਬਾ, ਪਾਪੜ ਚਟਨੀ, ਅਚਾਰ ਮੁਰੱਬਾ ਵਗੈਰਾ ਬਣਾਉਣਾ, ਪਾਪੜ ਪਿਕਲ ਮਸਾਲਾ ਪਾਊਡਰ ਮੇਕਿੰਗ ਜਿਹਨੂੰ ਅਸੀਂ ਕਹਿੰਦੇ ਹਾਂ। ਔਰ ਉਹਦੇ ਨਾਲ ਡੇਅਰੀ ਫਾਰਮਿੰਗ ਐਂਡ ਬਰਮਿੰਗ ਕੰਪੋਸਟ ਮੇਕਿੰਗ ਦਾ ਜਿਹੜਾ ਕੋਰਸ ਹੈ ਇਹ ਵੀ 10 ਦਿਨ ਦਾ ਕੋਰਸ ਅਸੀਂ ਕਰਾਉਂਦੇ ਹਾਂ। ਔਰ ਇਹ 2 ਕੋਰਸ ਜਿਹੜੇ ਪਾਪੜ ਪਿਕਲ ਮਸਾਲਾ ਪਾਊਡਰ ਮੇਕਿੰਗ ਔਰ ਦੂਸਰਾ ਡੇਅਰੀ ਫਾਰਮਿੰਗ ਦਾ ਜਿਹੜਾ ਕੋਰਸ ਹੈ ਇਹ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਵੀ ਆਫ ਸਾਈਟ ਕੈਂਪਸ ਲਗਾ ਕੇ 10 ਦਿਨ ਦੀ ਟ੍ਰੇਨਿੰਗ ਉੱਥੇ ਦੇਈਦੀ ਆ। ਬਾਕੀ ਦੇ ਜਿਹੜੇ ਪ੍ਰੋਗਰਾਮ ਨੇ ਉਹ ਅਸੀਂ ਇੰਸਟੀਚਿਊਟ ਦੇ ਵਿੱਚ ਹੀ ਜ਼ਿਆਦਾਤਰ ਕਰਾਉਂਦੇ ਹਾਂ ਔਰ ਇਹ 30 ਡੇਜ਼ ਦੇ ਪ੍ਰੋਗਰਾਮ ਹੈਗੇ ਆ ਜੀ। ਤੇ ਸਰ ਇੱਥੋਂ ਦੇ ਟ੍ਰੇਨਡ ਹੋਏ ਕੈਂਡੀਡੇਟ ਦੀ ਸੈਟਲਮੈਂਟ ਕਿਸ ਤਰ੍ਹਾਂ ਹੁੰਦੀ ਹੈ ਤੇ ਤੁਸੀਂ ਉਸ ਵਿੱਚ ਉਹਨਾਂ ਨੂੰ ਕੀ ਸਹਿਯੋਗ ਦਿੰਦੇ ਹੋ? ਜਿਹੜੇ ਸਾਡੇ ਆਰਸੈਟੀ ਦੇ ਟ੍ਰੇਨਡ ਕੈਂਡੀਡੇਟਸ ਨੇ, ਸਾਡਾ ਇੱਕ ਆਪਣਾ ਨੋਮ ਹੈ ਕਿ ਜਦੋਂ ਵੀ ਕੋਈ ਕੈਂਡੀਡੇਟ ਟ੍ਰੇਨਡ
ਸਾਡੀ ਸੰਸਥਾ ਤੋਂ ਟ੍ਰੇਨਿੰਗ ਕੰਪਲੀਟ ਕਰਕੇ ਜਾਏਗਾ ਜੀ ਅਸੀਂ ਉਸ ਵੇਲੇ ਉਹਨਾਂ ਨੂੰ ਟ੍ਰੇਨਿੰਗ ਦੇ ਦੌਰਾਨ ਜੀ ਮਤਲਬ ਕਨਕਲੂਡ ਹੋਣ ਤੋਂ ਪਹਿਲੇ ਹੀ ਅਸੀਂ ਉਹਨਾਂ ਨੂੰ ਬੈਂਕਸ ਦੀਆਂ ਡਿਫਰੈਂਟ ਸਕੀਮਸ ਜਿਹੜੀਆਂ ਲੋਨਸ ਦੀਆਂ ਉਹ ਵੀ ਟ੍ਰੇਨਿੰਗ ਦੇ ਦੌਰਾਨ ਉਹਨਾਂ ਨੂੰ ਕਰਵਾਉਂਦੇ ਆ ਔਰ ਉਹਨਾਂ ਨੂੰ ਉਹਦੇ ਬਾਰੇ ਜਾਣਕਾਰੀ ਦਿੰਦੇ ਆ ਜੀ ਸਰ। ਔਰ ਟ੍ਰੇਨਿੰਗ ਤੋਂ ਬਾਅਦ ਵੀ ਅਸੀਂ 2 ਸਾਲ ਜੀ ਉਹਦੀ ਜਿਹੜੀ ਆ ਹੈਂਡ ਹੋਲਡਿੰਗ ਕਰਦੇ ਆ। ਹੈਂਡ ਹੋਲਡਿੰਗ ਦਾ ਮਤਲਬ ਹੈ ਕਿ ਅਸੀਂ ਉਸ ਕੈਂਡੀਡੇਟਸ ਨੂੰ 2 ਸਾਲ ਫੋਲੋ ਅਪ ਕਰਨਾ ਹੈ ਔਰ ਫੋਲੋ ਅਪ ਦੇ ਵਿੱਚ ਇਹ ਦੇਖਣਾ ਹੈ ਕਿ ਉਹ ਕੈਂਡੀਡੇਟ ਟ੍ਰੇਨਿੰਗ ਤੋਂ ਬਾਅਦ ਕੰਮ ਕਰਨਾ ਸ਼ੁਰੂ ਕੀਤਾ ਉਹਨੇ ਕਿ ਨਹੀਂ ਕੀਤਾ। ਜੇ ਨਹੀਂ ਕੀਤਾ ਤਾਂ ਉਹ ਕਿਉਂ ਨਹੀਂ ਕੀਤਾ, ਉਹਨੂੰ ਕੀ ਮੁਸ਼ਕਲ ਆ ਰਹੀ ਹੈ। ਜੇ ਤਾਂ ਮੁਸ਼ਕਲ ਦੇਖੋ ਉਹਦੇ ਐਟੀਟਿਊਡ ਦੀ ਹੈ ਜਾਂ ਉਹ ਕੰਮ ਕਰਨਾ ਨਹੀਂ ਚਾਹੁੰਦਾ ਫਿਰ ਤੇ ਡਿਫਰੈਂਟ ਗੱਲ ਹੈ। ਲੇਕਿਨ ਜੇ ਉਹ ਕੰਮ ਕਰਨਾ ਚਾਹੁੰਦਾ ਹੈ ਤਾਂ ਅਸੀਂ ਉਹਦੀ ਉਸ ਜਿਹੜਾ ਉਹਨੇ ਪ੍ਰੋਜੈਕਟ ਸਟਾਰਟ ਕਰਨਾ ਉਹਦੇ ਵਿੱਚ ਵਧੀਆ ਉਹਦੀ ਹੈਂਡ ਹੋਲਡਿੰਗ ਕਰਕੇ ਉਹਨੂੰ ਸਾਰੀ ਜਾਣਕਾਰੀ ਦੇ ਕੇ ਉਹਦੀ ਮਦਦ ਵੀ ਕਰਦੇ ਆ। ਔਰ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਕੋਲ ਕੈਂਡੀਡੇਟਸ ਹੁੰਦੇ ਉਹਨਾਂ ਦੀ ਪ੍ਰੋਬਲਮ ਇਹੀ ਹੁੰਦੀ ਆ ਕਿ ਉਹਨਾਂ ਕੋਲ ਫੰਡਸ ਜ਼ਿਆਦਾ ਅਵੇਲੇਬਲ ਨਹੀਂ ਹੁੰਦੇ। ਸੋ ਸਾਡਾ ਜਿਹੜਾ ਪੰਜਾਬ ਨੈਸ਼ਨਲ ਬੈਂਕ ਹੈ ਯਾਨੀ ਦੂਸਰੇ ਹੋਰ ਵੀ ਬੈਂਕ ਹੈਗੇ ਆ, ਜਿਹੜੇ ਵੀ ਬੈਂਕ ਦੇ ਵਿੱਚ ਉਹਦਾ ਅਕਾਊਂਟ ਹੋਵੇ ਅਸੀਂ ਉਹਦੀ ਐਪਲੀਕੇਸ਼ਨ ਭਰ ਕੇ ਉਸ ਬੈਂਕ ਦੇ ਜਿਹੜੇ ਬੈਂਕ ਤੋਂ ਲੋਨ ਲੈਣਾ ਚਾਹੁੰਦਾ ਹੋਵੇ ਅਸੀਂ ਉਹਨੂੰ ਭੇਜਦੇ ਹਾਂ। ਔਰ ਉਹਨੂੰ ਕੋਈ ਪ੍ਰੋਬਲਮ ਵੀ ਅਗਰ ਬੈਂਕ ਤੋਂ ਆਵੇ ਤਾਂ ਉਹਨੂੰ ਵੀ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਬ੍ਰਾਂਚ ਮੈਨੇਜਰਸ ਦੇ ਨਾਲ ਵੀ ਲਿੰਕ 'ਚ ਰਹਿੰਦੇ ਹਾਂ। ਪੰਜਾਬ ਨੈਸ਼ਨਲ ਬੈਂਕ ਸਾਡਾ ਪੂਰਾ ਡਿਸਟ੍ਰਿਕਟ ਦੇ ਵਿੱਚ ਫੈਲਿਆ ਹੋਇਆ, ਜਿੱਦਾਂ ਮੈਂ ਦੱਸਿਆ ਕਿ 90 ਦੇ ਕਰੀਬ ਸਾਡੀਆਂ ਇਸ ਡਿਸਟ੍ਰਿਕਟ ਦੇ ਵਿੱਚ ਬ੍ਰਾਂਚਾਂ ਹੈਗੀਆਂ। ਸੋ ਅਸੀਂ ਜਦੋਂ ਐਪਲੀਕੇਸ਼ਨ ਜਿਹੜੀ ਆ ਉਹਨਾਂ ਦੀ ਭੇਜ ਕੇ ਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਜਿਹੜਾ ਕੈਂਡੀਡੇਟਸ ਹੈ ਉਹ ਟ੍ਰੇਨਿੰਗ ਤੋਂ ਬਾਅਦ ਸੈਟਲਡ ਹੋ ਜਾਵੇ, ਯਾਨੀ ਆਪਣਾ ਕੰਮਕਾਰ ਕਰੇ, ਆਪਣਾ ਪਾਲਣ ਪੋਸ਼ਣ ਕਰੇ, ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇ ਔਰ ਸੁਸਾਇਟੀ ਦੇ ਭਲੇ ਵਾਸਤੇ ਕੰਮ ਕਰੇ, ਆਪਣੇ ਪਰਿਵਾਰ ਦੇ ਭਲੇ ਵਾਸਤੇ ਕੰਮ ਕਰੇ, ਤਾਂ ਕਿ ਉਹ ਸੁਸਾਇਟੀ ਵਾਸਤੇ ਯਾਨੀ ਕੰਟਰੀ ਵਾਸਤੇ ਇੱਕ ਲਾਇਬਿਲਿਟੀ ਨਾ ਬਣ ਜਾਏ, ਉਹ ਇੱਕ ਕੰਟਰੀ ਵਾਸਤੇ ਇੱਕ ਐਸਟ ਸਾਬਤ ਹੋਵੇ। ਔਰ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੱਕ ਸਾਡਾ ਜਿਹੜੀ ਇਹ ਸੰਸਥਾ ਆਰਸੈਟੀ ਸੀ ਹੁਸ਼ਿਆਰਪੁਰ ਦੇ ਵਿੱਚ, ਇਹ 2013 ਦੇ ਵਿੱਚ ਸ਼ੁਰੂ ਹੋਈ ਸੀ ਔਰ 2013 ਤੋਂ ਲੈ ਕੇ ਅਸੀਂ ਪਿਛਲੇ 7 ਈਅਰ ਦੇ ਵਿੱਚ 7 ਸਾਲਾਂ ਦੇ ਵਿੱਚ ਅਸੀਂ ਕਰੀਬ 5000 ਕੈਂਡੀਡੇਟਸ ਨੂੰ ਜਿਹੜੀ ਆ ਉਹ ਟ੍ਰੇਨਿੰਗ ਦਿੱਤੀ ਹੈ। ਔਰ 5000 ਦੇ ਵਿੱਚੋਂ ਲਗਭਗ ਯਾਨੀ ਸਾਡਾ 3000 ਕੈਂਡੀਡੇਟ ਜਿਹੜਾ ਉਹ ਇਸ ਵੇਲੇ ਆਪਣਾ ਕੰਮਕਾਰ ਕਰ ਰਿਹਾ ਹੈ। ਯਾਨੀ ਸਾਡਾ ਸੈਟਲਮੈਂਟ ਜਿਹੜਾ ਰੇਟ ਹੈ ਉਹ ਅਬਵ 60% ਹੈ। ਮਤਲਬ ਤੁਸੀਂ ਆਪੇ ਅੰਦਾਜ਼ਾ ਲਗਾ ਸਕਦੇ ਹੋ ਕਿ ਅਸੀਂ ਕੈਂਡੀਡੇਟਸ ਦੇ ਨਾਲ ਇਨ ਟੱਚ ਰਹਿਣ ਦਾ ਸਾਨੂੰ ਇਹ ਫਾਇਦਾ ਹੁੰਦਾ, ਯਾਨੀ ਕੈਂਡੀਡੇਟਸ ਨੂੰ ਵੀ ਉਸ ਚੀਜ਼ ਦਾ ਫਾਇਦਾ ਹੁੰਦਾ ਕਿ ਸਾਡਾ ਸੈਟਲਮੈਂਟ ਰੇਟ ਕਾਫੀ ਅੱਛਾ ਹੈ। ਔਰ ਜਦੋਂ ਜਿੱਦਾਂ ਮੈਂ ਦੱਸਿਆ ਕਿ 5000 ਕੈਂਡੀਡੇਟਸ ਟ੍ਰੇਨਿੰਗ ਲੈ ਚੁੱਕਾ ਔਰ ਉਹਦੇ ਵਿੱਚੋਂ 3000 ਕੈਂਡੀਡੇਟਸ ਲਗਭਗ ਸਾਡਾ ਸੈਟਲਡ ਹੈ, ਤਾਂ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੇ ਜਿਹੜੇ ਕੈਂਡੀਡੇਟਸ ਨੇ ਉਹ ਕਿੰਨੀ ਅੱਛੀ ਟ੍ਰੇਨਿੰਗ ਇੱਥੇ ਵਧੀਆ ਜਿਹੜੀ ਉਹਨਾਂ ਨੂੰ ਇੱਥੇ ਤਰੀਕੇ ਨਾਲ ਦਿੱਤੀ ਜਾਂਦੀ ਹੈ। ਅਸੀਂ ਤਾਂ ਇਹ ਵੀ ਦੇਖਿਆ ਕਿ ਕਈ ਵਾਰੀ ਦੂਸਰੇ ITI ਜਾਂ ਪੋਲੀਟੈਕਨੀਕਲ ਇੰਸਟੀਚਿਊਟ ਦੇ ਵਿੱਚ ਜਿਹੜੀ ਹੈ ਟ੍ਰੇਨਿੰਗ ਉਹ ਜ਼ਿਆਦਾ ਥਿਊਰੀ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ, ਲੇਕਿਨ ਸਾਡੇ ਇੱਥੇ ਜ਼ਿਆਦਾ ਜ਼ੋਰ ਜਿਹੜਾ ਹੈ ਪ੍ਰੈਕਟੀਕਲ 'ਤੇ ਦਿੱਤਾ ਜਾਂਦਾ ਹੈ। ਔਰ ਸਾਡੀ ਜਿਹੜੀ ਟ੍ਰੇਨਿੰਗ ਹੈ ਇਹ 2 ਪਿਲਰਸ ਦੇ ਉੱਤੇ ਬੇਸਡ ਹੈ, ਸੌਫਟ ਸਕਿੱਲ ਐਂਡ ਹਾਰਡ ਸਕਿੱਲ। ਸੌਫਟ ਸਕਿੱਲ ਦੇ ਵਿੱਚ ਸਾਡਾ ਆ ਜਾਂਦਾ ਹੈ ਕਿ ਐਟੀਟਿਊਡ ਵਗੈਰਾ ਕਿਸ ਤਰ੍ਹਾਂ ਹੈ ਬੰਦੇ ਦਾ, ਉਹਨੂੰ ਅਸੀਂ ਕਿਸ ਤਰ੍ਹਾਂ ਮੋਟੀਵੇਟ ਕਰਨਾ ਹੈ ਕਿ ਤੂੰ ਇਹ ਕੰਮ ਕਰਨਾ। ਇੱਕ ਐਂਟਰਪ੍ਰੈਨਰਸ਼ਿਪ ਦੀਆਂ ਕੀ ਕੁਆਲਿਟੀਜ਼ ਹੁੰਦੀਆਂ, ਉਹਨੇ ਕਿੱਦਾਂ ਇੱਕ ਉਦਮੀ ਬਣਨਾ ਹੈ, ਅੱਛਾ ਉਦਮੀ ਬਣਨਾ ਹੈ। ਔਰ ਉਹਦੇ ਨਾਲ ਉਹਨੂੰ ਹੋਰ ਜਿਹੜੀਆਂ ਇੱਕ ਅੱਛਾ ਬਿਜ਼ਨਸ ਚਲਾਉਣ ਵਾਸਤੇ ਉਹਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਇਹਨਾਂ ਨੂੰ ਜਿਹੜੀ ਕੁਆਲਿਟੀ ਦੀ ਜ਼ਰੂਰਤ ਹੁੰਦੀ ਹੈ ਉਹ ਵੀ ਅਸੀਂ ਉਹਨੂੰ ਨਾਲ ਪ੍ਰੋਵਾਈਡ ਕਰਦੇ ਹਾਂ। ਜਿਸ ਤਰ੍ਹਾਂ ਮਾਰਕੀਟਿੰਗ ਕਿੱਦਾਂ ਕਰਨੀ ਹੈ, ਟਾਈਮ ਮੈਨੇਜਮੈਂਟ ਕਿੱਦਾਂ ਕਰਨੀ ਹੈ, ਆਪਣੇ ਪ੍ਰੋਡਕਟ ਦੀ ਕੋਸਟਿੰਗ ਕਿੱਦਾਂ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਪ੍ਰੋਜੈਕਟ ਰਿਪੋਰਟ ਕਿੱਦਾਂ ਬਣਾਉਣੀ ਹੈ, ਸਾਰੀਆਂ ਚੀਜ਼ਾਂ ਅਸੀਂ ਉਹਨੂੰ ਡਿਊਰਿੰਗ ਟ੍ਰੇਨਿੰਗ ਜਿਹੜਾ ਹੈ ਇਹ ਉਹਨੂੰ ਸਮਝਾਉਂਦੇ ਹਾਂ। ਅਸੀਂ ਕੈਂਡੀਡੇਟਸ ਨੂੰ ਸਾਰੀਆਂ ਚੀਜ਼ਾਂ ਦੱਸਦੇ ਹਾਂ ਔਰ ਇਹ ਸਾਰੀਆਂ ਸੌਫਟ ਸਕਿੱਲ ਦੇ ਵਿੱਚ ਆ ਜਾਂਦੀਆਂ। ਇਸ ਦੇ ਨਾਲ ਉਹਨੂੰ ਜਿਹੜੀ ਟੈਕਨੀਕਲ ਟ੍ਰੇਨਿੰਗ ਹੈ ਉਹ ਸਾਡੇ ਸਪੈਸ਼ਲਾਈਜ਼ਡ ਟ੍ਰੇਨਰ ਹੈਗੇ ਆ, ਉਹ ਅਸੀਂ ਗੈਸਟ ਫੈਕਲਟੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਉਹ ਸਾਡੇ ਆ ਕੇ ਉਹਨਾਂ ਨੂੰ ਜਿਹੜਾ ਲਗਾਤਾਰ ਇੱਕ ਪੂਰਾ ਮਹੀਨਾ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਔਰ ਉਹ ਬੜੀ ਅੱਛੀ ਟ੍ਰੇਨਿੰਗ ਲੈ ਕੇ ਪ੍ਰੈਕਟੀਕਲੀ ਇੱਥੇ ਕੰਮ ਕਰਕੇ ਆਪਣੇ ਜਿਹੜਾ ਕੰਮਕਾਰ ਉਹਨੂੰ ਸੈੱਟ ਕਰ ਸਕਦੇ ਆ, ਕਾਮਯਾਬ ਹੋ ਸਕਦੇ ਆ। ਔਰ ਇੱਕ ਹੋਰ ਗੱਲ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਇਹ ਸੰਸਥਾ ਹੈ, ਇਸ ਸੰਸਥਾ ਦੇ ਵਿੱਚ ਟ੍ਰੇਨਿੰਗ ਦੇ ਲਈ ਕੈਂਡੀਡੇਟਸ ਕੋਲੋਂ ਕੋਈ ਫੀਸ ਨਹੀਂ ਲਿੱਤੀ ਜਾਂਦੀ। ਜਿੰਨੇ ਵੀ ਕੋਰਸਿਸ ਅਸੀਂ ਕਰਾਉਂਦੇ ਹਾਂ ਸਾਰੇ ਫ੍ਰੀ ਹੈ। ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਟ੍ਰੇਨਿੰਗ ਦਾ ਜਿਹੜਾ ਪੀਰੀਅਡ ਹੈ ਯਾਨੀ ਡਿਊਰਿੰਗ ਵਰਕਿੰਗ ਆਵਰਸ ਨੇ ਜਾਂ ਟ੍ਰੇਨਿੰਗ ਆਵਰਸ ਨੇ ਉਹ ਥੋੜ੍ਹੇ ਜ਼ਿਆਦਾ ਨੇ, ਕਿਉਂਕਿ ਸਵੇਰੇ ਕੈਂਡੀਡੇਟਸ ਨੇ ਸਾਡੇ ਕੋਲ 9:30 ਵਜੇ ਦੇ ਕਰੀਬ ਆ ਜਾਣਾ ਹੈ ਔਰ ਉਹਦੀ ਅਸੀਂ 4 ਵਜੇ ਤੋਂ ਬਾਅਦ 4:30 5 ਵਜੇ ਤੱਕ ਵੀ ਅਸੀਂ ਕਲਾਸਿਸ ਜਿਹੜੀਆਂ ਲਗਾਉਂਦੇ ਹਾਂ। ਸੋ ਸਾਡੀ ਜਿਹੜੀ ਟ੍ਰੇਨਿੰਗ ਹੈ ਉਹ 7 ਘੰਟੇ ਦੇ ਕਰੀਬ ਮਿਨੀਮਮ ਜਿਹੜੀ ਆ ਉਹ ਪੂਰਾ ਦਿਨ ਚੱਲਦੀ ਰਹਿੰਦੀ ਹੈ। ਔਰ ਡਿਊਰਿੰਗ ਟ੍ਰੇਨਿੰਗ ਅਸੀਂ ਉਸ ਕੈਂਡੀਡੇਟਸ ਨੂੰ ਦੁਪਹਿਰ ਦਾ ਖਾਣਾ
और 2 टाइम ਚਾਹ भी ਅਸੀਂ ਇੱਥੇ ਇੰਸਟੀਚਿਊਟ ਵੱਲੋਂ ਹੀ ਉਹਨਾਂ ਨੂੰ ਮੁਹੱਈਆ ਕਰਾਉਂਦੇ ਆ ਔਰ ਉਹਦੇ ਲਈ ਵੀ ਅਸੀਂ ਉਹਨਾਂ ਕੋਲੋਂ ਕੋਈ ਚਾਰजेस ਨਹੀਂ ਲੈਂਦੇ। ਯਾਨੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਟ੍ਰੇਨਿੰਗ ਵੀ ਫ੍ਰੀ ਦਿੰਦੇ ਆ, ਦੁਪਹਿਰ ਦਾ ਖਾਣਾ ਵੀ ਫ੍ਰੀ ਦਿੰਦੇ ਆ, 2 ਟਾਈਮ ਚਾਹ ਵੀ ਕੈਂਡੀਡੇਟਸ ਨੂੰ ਨਾਲ ਦਿੰਦੇ ਆ ਔਰ ਉਹਦੇ ਕੋਲੋਂ ਕੋਈ ਚਾਰजेस ਨਹੀਂ ਲਿੱਤੇ ਜਾਂਦੇ। ਔਰ ਮੈਂ ਸਮਝਦਾ ਕਿ ਇਹ ਪੰਜਾਬ ਨੈਸ਼ਨਲ ਬੈਂਕ ਜਿਹੜਾ ਹੈ ਲੋਕਾਂ ਦੀ ਇਸ ਤਰੀਕੇ ਨਾਲ ਬਹੁਤ ਹੀ ਮਦਦ ਕਰ ਰਿਹਾ ਹੈ। ਜੀ ਸਰ, ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਜ਼ਿਆਦਾ ਕਰਕੇ BPL ਕਲਾਇੰਟ ਕੈਂਡੀਡੇਟ ਆਉਂਦੇ ਹੈ ਤੇ ਕੀ ਉਹਨਾਂ ਦੀ ਇਕਨੋਮਿਕ ਕੰਡੀਸ਼ਨ ਉਹਨਾਂ ਦੀ ਸੈਟਲਮੈਂਟ ਦੇ ਵਿੱਚ ਰੋੜਾ ਤੇ ਨਹੀਂ ਬਣਦੀ? ਮੈਡਮ ਅਸੀਂ ਦੇਖਿਆ ਕਿ ਆਲਦੋ ਸਾਡੇ ਕੋਲ BPL ਕੈਂਡੀਡੇਟਸ ਹੀ ਜ਼ਿਆਦਾ ਆਉਂਦੇ ਆ ਜੀ ਸਰ, ਲੇਕਿਨ ਜਦੋਂ ਕੈਂਡੀਡੇਟ ਦੀ ਸੈਟਲਮੈਂਟ ਹੁੰਦੀ ਹੈ ਜੀ ਸਰ, ਉਹਦੇ ਇਕਨੋਮਿਕ ਕੰਡੀਸ਼ਨ ਦੇ ਨਾਲ ਡਿਪੈਂਡੈਂਟ ਨਹੀਂ ਹੁੰਦੀ ਜੀ ਸਰ, ਉਹਦੀ ਸੈਟਲਮੈਂਟ ਜਿਹੜੀ ਆ ਉਹਦੇ ਐਟੀਟਿਊਡ ਤੇ ਡਿਪੈਂਡ ਕਰਦੀ ਆ, ਉਹਦੀ ਸੈਲਫ ਕੌਨਫੀਡੈਂਸ ਦੇ ਉੱਤੇ ਡਿਪੈਂਡ ਕਰਦੀ ਹੈ। ਜਦੋਂ ਵੀ ਕੋਈ ਕੈਂਡੀਡੇਟ ਸਾਡੇ ਕੋਲ ਆਉਂਦਾ ਹੈ ਤੇ ਜਿੱਦਾਂ ਮੈਂ ਦੱਸਿਆ ਕਿ ਅਸੀਂ ਟੈਕਨੀਕਲ ਟ੍ਰੇਨਿੰਗ ਤੋਂ ਇਲਾਵਾ ਉਹਨੂੰ ਬਹੁਤ ਸਾਰੀਆਂ ਮੋਟੀਵੇਸ਼ਨਲ ਟ੍ਰੇਨਿੰਗ, ਮੋਟੀਵੇਸ਼ਨਲ ਗੇਮਸ, ਮੋਟੀਵੇਸ਼ਨਲ ਵੀਡੀਓਜ਼ ਦਿਖਾ ਕੇ ਅਸੀਂ ਉਹਨੂੰ ਇੰਨਾ ਕੁ ਤਿਆਰ ਕਰਦੇ ਹਾਂ ਕਿ ਉਹ ਟ੍ਰੇਨਿੰਗ ਲੈਣ ਤੋਂ ਬਾਅਦ ਇਮੀਡੀਏਟਲੀ ਇੰਨਾ ਕੁ ਮੋਟੀਵੇਟਡ ਹੁੰਦਾ ਕਿ ਉਹਦੇ ਦਿਮਾਗ 'ਚ ਇਹ ਹੁੰਦਾ ਕਿ ਮੈਂ ਹੁਣ ਸੈਟਲ ਹੋਣਾ, ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਕੰਮਕਾਰ ਕਰਨਾ ਆ। ਸੋ ਇਹ ਜਿਹੜੀ ਇਕਨੋਮਿਕ ਕੰਡੀਸ਼ਨ ਹੈ ਇਹ ਠੀਕ ਹੈ, ਜਿਹੜੇ ਕੈਂਡੀਡੇਟਸ ਨੇ ਸਾਡੇ ਕੋਲ BPL ਕੈਂਡੀਡੇਟਸ ਆਉਂਦੇ ਨੇ, ਲੇਕਿਨ ਇਕਨੋਮਿਕ ਕੰਡੀਸ਼ਨ ਸਾਡਾ ਐਕਸਪੀਰੀਅੰਸ ਹੈ ਕਿ ਉਹਦੀ ਇਕਨੋਮਿਕ ਕੰਡੀਸ਼ਨ ਜਿਹੜੀ ਆ ਉਹ ਕਦੇ ਵੀ ਉਹਦੇ ਵਿੱਚ ਰੋੜਾ ਨਹੀਂ ਬਣਦੀ। ਔਰ ਅਸੀਂ ਇਹ ਦੇਖਿਆ ਕਿ ਸਾਡੇ ਕੋਲ ਜਿਹੜੇ ਕੈਂਡੀਡੇਟਸ ਟ੍ਰੇਨਿੰਗ ਲੈ ਕੇ ਗਏ ਆ ਉਹ ਕਈ ਵਾਰੀ ਬਹੁਤ ਹੀ ਮਤਲਬ ਮੰਦੀ ਹਾਲਤ ਦੇ ਵਿੱਚ, ਇਕਨੋਮਿਕ ਕੰਡੀਸ਼ਨ ਉਹਨਾਂ ਦੀ ਬਹੁਤ ਮੰਦੀ ਹੁੰਦੀ ਹੈ, ਲੇਕਿਨ ਫਿਰ ਵੀ ਉਹ ਸੈਟਲ ਹੋਏ ਨੇ ਔਰ ਉਹਨਾਂ ਨੇ ਬੜੇ ਅੱਛੇ ਮੁਕਾਮ ਹਾਸਲ ਕੀਤੇ ਨੇ। ਸਾਡੇ ਕੋਲ ਇੱਦਾਂ ਦੀਆਂ ਕਈ ਸਕਸੈਸ ਸਟੋਰੀਜ਼ ਹੈਗੀਆਂ ਜਿਨ੍ਹਾਂ ਦੇ ਰਾਹੀਂ ਅਸੀਂ ਇਹ ਦੇਖ ਸਕਦੇ ਹਾਂ ਕਿ ਇਕਨੋਮਿਕ ਕੰਡੀਸ਼ਨ ਕਦੇ ਵੀ ਕਿਸੇ ਸੈਟਲਮੈਂਟ ਦੇ ਵਿੱਚ ਰੋੜਾ ਨਹੀਂ ਬਣਦੀ, ਬਸ਼ਰਤੇ ਕਿ ਕੈਂਡੀਡੇਟ ਜਿਹੜਾ ਹੈ ਉਹ ਮੋਟੀਵੇਟਡ ਹੋਣਾ ਚਾਹੀਦਾ। ਸਾਡੀ ਇਹ ਇੱਕ ਸੋਚ ਹੈ ਇੰਸਟੀਚਿਊਟ ਦੀ ਕਿ ਕੈਂਡੀਡੇਟਸ ਲਈ ਕੰਮ ਕਰਨ ਲਈ 2 ਚੀਜ਼ਾਂ ਜ਼ਰੂਰੀ ਹੋਣੀਆਂ ਚਾਹੀਦੀਆਂ, ਇੱਕ ਸਕਿੱਲ ਤੇ ਇੱਕ ਵਿਲ। ਜੀ ਸਰ, ਵਿਲ ਨੂੰ ਅਸੀਂ ਇਹ ਕਹਿੰਦੇ ਆ ਕਿ ਬੰਦੇ ਕੋਲ ਕੰਮ ਕਰਨ ਦਾ ਇਰਾਦਾ ਹੋਣਾ ਚਾਹੀਦਾ, ਉਹਦੀ ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਔਰ ਦੂਸਰੀ ਉਹਦੇ ਕੋਲ ਸਕਿੱਲ ਹੋਣੀ ਚਾਹੀਦੀ ਹੈ, ਯਾਨੀ ਟੈਕਨੀਕਲ ਟ੍ਰੇਨਿੰਗ ਹੋਣੀ ਚਾਹੀਦੀ ਹੈ। ਲੇਕਿਨ ਸਾਡਾ ਇਹ ਮੰਨਣਾ ਹੈ ਕਿ ਟੈਕਨੀਕਲ ਟ੍ਰੇਨਿੰਗ ਤੋਂ ਇਲਾਵਾ ਵੀ ਜਿਹੜੀ ਸੌਫਟ ਸਕਿੱਲ ਦੀ ਟ੍ਰੇਨਿੰਗ ਹੈ ਯਾਨੀ ਬਿਲ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਕਈ ਲੋਕਾਂ ਕੋਲ ਸਕਿੱਲ ਤੇ ਹੁੰਦੀ ਹੈ ਯਾਨੀ ਉਹਨਾਂ ਕੋਲ ਟੈਕਨੀਕਲ ਨੌਲੇਜ ਤੇ ਹੁੰਦੀ ਹੈ, ਲੇਕਿਨ ਅਗਰ ਉਹਨਾਂ ਦੀ ਨੀਅਤ ਨਹੀਂ ਹੈ ਕੰਮ ਕਰਨ ਦੀ ਤੇ ਉਹ ਉਹਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ, ਸੈਟਲ ਨਹੀਂ ਹੋ ਸਕਦੇ। ਲੇਕਿਨ ਅਗਰ ਦੂਸਰੇ ਪਾਸੇ ਕੋਈ ਐਸਾ ਕੈਂਡੀਡੇਟ ਹੈ ਉਹਦੇ ਕੋਲ ਵਿਲ ਤਾਂ ਹੈ, ਸਕਿੱਲ ਨਹੀਂ ਹੈਗੀ, ਲੇਕਿਨ ਉਹ ਵਿਲ ਹੋਣ ਦੇ ਕਾਰਨ ਜਾਂ ਬਿਲ ਹੋਣ ਕਰਕੇ ਉਹ ਕਿਤੇ ਨਾ ਕਿਤੇ ਕਿਸੇ ਨੂੰ ਪੁੱਛ ਕੇ, ਕਿਸੇ ਨੂੰ ਕੁਛ ਕਰਕੇ ਉਹ ਐਸੀ ਮਤਲਬ ਸਕਿੱਲ ਹਾਸਲ ਕਰ ਹੀ ਲਏਗਾ, ਕਿਉਂਕਿ ਉਹਦੇ ਅੰਦਰ ਇੱਕ ਅੱਗ ਹੈ ਕਿ ਮੈਂ ਸੈਟਲ ਹੋਣਾ, ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ। ਸੋ ਉਹ ਜਿਹੜੀ ਅੱਗ ਹੈ ਉਹਦੀ ਕਿ ਮੈਂ ਸੈਟਲ ਹੋਣਾ ਹੈ, ਉਹ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਬਜਾਏ ਕਿ ਤੁਹਾਡੀ ਇਕਨੋਮਿਕ ਕੰਡੀਸ਼ਨ ਦੇ। ਜੀ ਸਰ, ਤੁਸੀਂ ਅੱਗੇ ਹੁਣ ਹੋਰ ਜਿਹੜੇ ਨਵੇਂ ਕੈਂਡੀਡੇਟ ਅੱਗੇ ਕੋਰਸ ਕਰਨਾ ਚਾਹੁੰਦੇ ਇੱਥੇ ਤੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਮੈਡਮ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਗਾਉਂਦੇ ਆ ਔਰ ਕੈਂਪ ਲਗਾ ਕੇ ਅਸੀਂ ਲੋਕਾਂ ਨੂੰ ਕੈਂਡੀਡੇਟਸ ਨੂੰ ਆਪਣੇ ਇੰਸਟੀਚਿਊਟ ਦੇ ਬਾਰੇ ਜਾਣਕਾਰੀ ਦਿੰਦੇ ਆ। ਸਾਡੇ ਸਟਾਫ ਮੈਂਬਰਸ ਨੇ, 2 ਫੈਕਲਟੀ ਮੈਂਬਰ ਨੇ ਔਰ ਮੈਂ ਖੁਦ ਵੀ ਡਿਫਰੈਂਟ ਪਿੰਡਾਂ ਦੇ ਵਿੱਚ ਪੂਰੇ ਡਿਸਟ੍ਰਿਕਟ ਦੇ ਵਿੱਚ ਘੁੰਮਿਆ ਔਰ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਸਰਪੰਚਾਂ ਨੂੰ ਮਿਲ ਕੇ, ਕੈਂਡੀਡੇਟਸ ਨੂੰ ਮਿਲ ਕੇ, ਪਿੰਡਾਂ ਦੇ ਵਿੱਚ ਇਕੱਠਾ ਕਰਕੇ ਅਸੀਂ ਲੋਕਾਂ ਨੂੰ ਆਪਣੇ ਇੰਸਟੀਚਿਊਟ ਦੇ ਬਾਰੇ, ਆਪਣੇ ਟ੍ਰੇਨਿੰਗ ਕੋਰਸਿਸ ਜਿਹੜੇ ਅਸੀਂ ਇੱਥੇ ਕਰਾਉਂਦੇ ਆ ਔਰ ਆਪਣੀ RCT ਸਕੀਮ ਬਾਰੇ ਲੋਕਾਂ ਨੂੰ ਬਹੁਤ ਸਾਰੀ ਜਾਣਕਾਰੀ ਜਿਹੜੀ ਅਸੀਂ ਦਿੰਦੇ ਆ। ਔਰ ਮੈਂ ਤੇ ਹੁਣ ਲਾਸਟ ਦੇ ਵਿੱਚ ਇਹੀ ਕਹੂੰਗਾ ਕੈਂਡੀਡੇਟਸ ਨੂੰ ਕਿ ਉਹ ਆਪਣਾ ਜਿਹੜਾ ਹੈ ਅਗਰ ਉਹ ਖਰਚਾ ਬਹੁਤਾ ਨਹੀਂ ਕਰ ਸਕਦੇ ਯਾਨੀ ਟ੍ਰੇਨਿੰਗ, ਕਿਉਂਕਿ ਇਹ ਸਾਡੇ ਇੰਸਟੀਚਿਊਟ ਦੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਟ੍ਰੇਨਿੰਗ ਫ੍ਰੀ ਹੈ, ਅਸੀਂ ਕੋਈ ਚਾਰजेस ਕਿਸੇ ਕੈਂਡੀਡੇਟ ਕੋਲੋਂ ਨਹੀਂ ਲੈਂਦੇ। ਸੋ ਮੈਂ ਲੋਕਾਂ ਨੂੰ ਇਹ ਰਿਕੁਐਸਟ ਕਰਾਂਗਾ, ਸਾਡੀ ਜਿਹੜੀ ਕੰਡੀਸ਼ਨ ਹੈ ਉਹ ਸਿਰਫ ਇੱਕੋ ਹੀ ਹੈ ਕਿ ਕੈਂਡੀਡੇਟ ਦੀ ਉਮਰ ਜਿਹੜੀ ਆ ਉਹ 18 ਤੋਂ 45 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਔਰ ਉਹ ਕੈਂਡੀਡੇਟ ਜਿਹੜਾ ਉਹ ਘੱਟ ਤੋਂ ਘੱਟ 8ਵੀਂ ਜਾਂ 10ਵੀਂ ਦੇ ਕਰੀਬ ਹੋਵੇ, ਕਿਉਂਕਿ ਕਈ ਕੋਰਸਿਸ ਤੇ ਇਸ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਕੰਪਿਊਟਰਾਈਜ਼ਡ ਅਕਾਊਂਟਸ ਦਾ ਕੋਰਸ ਹੈ, ਉਹਦੇ ਵਿੱਚ ਥੋੜ੍ਹੀ ਜਿਹੀ ਕੁਆਲੀਫਿਕੇਸ਼ਨ ਹਾਇਰ ਚਾਹੀਦੀ ਹੈ ਕਿਉਂਕਿ ਉਹਦੇ ਵਿੱਚ ਸਾਰਾ ਕੁਝ ਇੰਗਲਿਸ਼ ਦੇ ਵਿੱਚ ਹੁੰਦਾ ਹੈ, ਯਾਨੀ ਕੁਝ ਕੋਰਸਿਸ ਐਸੇ ਆ ਜਿਨ੍ਹਾਂ ਦੇ ਵਿੱਚ ਵਰਡਸ ਵਗੈਰਾ ਇੰਗਲਿਸ਼ ਦੇ ਹੁੰਦੇ ਨੇ। ਸੋ ਥੋੜ੍ਹੀ ਬਹੁਤ ਕੁਆਲੀਫਿਕੇਸ਼ਨ ਕੈਂਡੀਡੇਟਸ ਦੀ ਜ਼ਰੂਰ ਹੋਣੀ ਚਾਹੀਦੀ ਹੈ ਔਰ ਮੈਂ ਜਿੰਨੇ ਵੀ ਕੈਂਡੀਡੇਟਸ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਹੈਗੇ ਆ, ਜਿਹੜੇ ਵੀ ਬੇਰੁਜ਼ਗਾਰ ਹੈਗੇ ਆ, ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਕਿ ਉਹ ਸਾਨੂੰ ਕੰਟੈਕਟ ਕਰਨ, ਸਾਡੇ ਨਾਲ ਰਾਬਤਾ ਕਾਇਮ ਕਰਨ ਔਰ ਜਿਹੜੇ ਕੋਰਸਿਸ ਸਾਡੇ ਕੋਲ ਚੱਲਦੇ ਨੇ
ਅਸੀਂ ਉਹਨਾਂ ਦੀ ਉਹਨੂੰ ਟ੍ਰੇਨਿੰਗ ਦੇਵਾਂਗੇ ਔਰ अगर कोई कोर्स साढ़े को नहीं भी चल रहा तो असी कोशिश करांगे कि उन्हें जल्दी तो जल्दी स्टार्ट किया जाए लेकिन सानू पहले पता लग जाए कि कैंडीडेट्स की डिमांड्स की है किहड़े कैंडीडेट किन्ने कैंडीडेट किहड़ा कोर्स करना चाहते हैं जी सर असी उस कोर्स का अरेंजमेंट करके उसका ट्रेनर का अरेंजमेंट करके वो कोर्स भी असी अपनी संस्था के विच स्टार्ट करांगे और इस तो इलावा एक होर स्कीम बड़ी इंपॉर्टेंट हैगी है प्राइम मिनिस्टर एम्पलॉयमेंट जनरेशन प्रोग्राम PMEGP स्कीम कहते हैं वो स्कीम जिहड़ी है वो गवर्नमेंट वालों मोनीटर की जाती है प्राइम मिनिस्टर साहब वालों मोनीटर की जाती है और अपने स्टेट दे विच चीफ मिनिस्टर साहब और डिस्ट्रिक्ट दे विच साडे डिप्टी कमिश्नर साडे एडिशनल डिप्टी कमिश्नर डिवेलपमेंट पर जिहड़े हैगे आ वो भी उस स्कीम नूं मोनीटर करते आ और ये स्कीम जिहड़ी है अर्बन एरिया दे विच डिस्ट्रिक्ट इंडस्ट्री सेंटर प्रभात चौक हुशियारपुर जिहड़ा उन्हां दा ऑफिस है उस वालों मैनेज की जाती है यानी उन्हों मेनटेन किया जाता है और रूरल एरिया दे विच जिहड़ी स्कीम है एक KVIC KVIB यानी खादी एंड विलेज इंडस्ट्रीज़ कमीशन खादी एंड विलेज इंडस्ट्रीज़ बोर्ड द्वारा ये स्कीम जिहड़ी है पिंडां दे विच चलाई जाती है और इहदी एप्लीकेशन जिहड़ी है ऑनलाइन ही भरी जाती है। इहदे विच सर्विस लई लोगों नूं 10 लाख रुपए का लोन और मैन्युफैक्चरिंग लई 25 लाख रुपए का लोन जिहड़ा है वो इस स्कीम दे विच दिता जाता है कैंडीडेट्स नूं और वो ऑनलाइन ही एप्लीकेशन भरी जाती है ऑनलाइन ही प्रोजैक्ट रिपोर्ट सबमिट की जाती है और उस तो बाद वो जिहड़ी एप्लीकेशन सबमिट करने तो बाद DIC KVIC ਉਹਦੀ ਸਕਰੂਟਨੀ ਕਰਦੇ ਆ ਐਪਲੀਕੇਸ਼ਨ ਦੀ और वो कंसर्नड बैंक ਨੂੰ ਉਹ ਐਪਲੀਕੇਸ਼ਨ ਜਿਹੜੀ ऑनलाइन ही भेज दी जाती है और उस कंसर्नड बैंक का ਜਿਹੜਾ ब्रांच मैनेजर है ਉਹਨੂੰ अप्रेज करके उसनूं सैंक्शन कर दिंदा है एप्लीकेशन और वो एप्लीकेशन डिसबर्समेंट ਲਈ ਤਿਆਰ ਹੋ ਜਾਂਦਾ कैंडीडेट्स ਨੂੰ डिसबर्समेंट लोन डिसबर्समेंट ਲਈ ਉਹਦੀ ਤਿਆਰ ਹੋ ਜਾਂਦਾ लेकिन डिसबर्समेंट तो पहले गवर्नमेंट की कंडीशन है कि ਉਹਨਾਂ ਨੂੰ 10 दिन की ट्रेनिंग ਜਿਹੜੀ ਆ ਉਹ ਦਿੱਤੀ ਜਾਂਦੀ ਹੈ ताकि वो ਜਿਹੜਾ प्रोजैक्ट स्टार्ट करना चाहता है क्योंकि गवर्नमेंट ਇਹਦੇ ਵਿੱਚ सबसिडी ਦਿੰਦੀ है और सबसिडी देने ਦੇ ਵਿੱਚ गवर्नमेंट नहीं चाहती कि कोई भी कैंडीडेट ਜਦੋਂ सबसिडी भी लवे और प्रोजैक्ट स्टार्ट करे तो प्रोजैक्ट फेल हो जाए इस करके उन्होंने 10 दिन की ट्रेनिंग भी साडे इंस्टीट्यूट ਦੇ ਵਿੱਚ ਦਿੱਤੀ ਜਾਂਦੀ ਹੈ ਜਿਹੜੇ कैंडीडेट्स ने PMEGP ਦੇ ਵਿੱਚ लोन ਜਿਹੜਾ अप्लाई किया ਹੁੰਦਾ और वो जी सबसिडी है बड़ी अच्छी सबसिडी है जे तो कुछ 2 कैटागरीज़ गवर्नमेंट ने बनाई हुई स्पैशल कैटागरीज़ तो जनरल कैटागरी स्पैशल कैटागरी के वूमन SC ST OBC माइनॉरिटी कम्यूनिटी फिजिकली हैंडीकैप्ड एक्स सर्विसमैन ये सारे स्पैशल कैटागरी आ जाते हैं और दूसरे जोड़े लोग ने वो जनरल कैटागरी के आ जाते हैं सो 2 कैटागरीज़ में डिवाइड किया है गवर्नमेंट ने और दोनों कैटागरीज़ लिए अलग अलग सबसिडी है जिहड़ा तो जनरल कैटागरी का है उन्हें अगर अर्बन एरिया के काम करना है तो उन्होंने 15% सबसिडी मिलती है और अगर उन्हें रूरल एरिया के काम करना है तो उन्होंने 25% सबसिडी मिलती है। इस तरह ही जोड़े स्पैशल कैटागरी चाहते हैं जिस तरह मैं दसिया कि वूमेन कैटेगरीज़ है अपने SC ST है OBC है माइनॉरिटी कम्यूनिटी है और जोड़े एक्स सर्विसमैन ने फिजिकली हैंडीकैप ने ये जोड़े कैटेगरी स्पैशल कैटेगरीज़ आते हैं इन्होंने अगर अर्बन एरिया के काम करना है तो इन्होंने 25% सबसिडी जी टोटल प्रोजैक्ट की मिलती है और रूरल एरिया के काम करना तो उन्होंने 35% सबसिडी जी है गवर्नमेंट वालों प्रोवाइड की जाती है। ये बड़ी वड्डी एक सपोर्ट जी गवर्नमेंट वालों दी जाती है और मैं तो लोगों को ये कहूँगा कि तुसी RCT वालों ट्रेनिंग लो और PMEGP दे विच लोन अप्लाई करके अपना बड़े आराम नाल तुसी कोई ना कोई काम धंधा शुरू कर सकते हो। जिहड़े बैंकों द्वारा लोन दिते जाते हैं ये तो पहले तो छोटे लोन जिहड़े है उन्हां वास्ते तो कोई सिक्योरिटी भी गवर्नमेंट वालों नहीं लीती जाती लेकिन जिहड़े वड्डे लोन है उन्हां वास्ते थोड़ी सिक्योरिटी गवर्नमेंट ने रखी हुई है लेकिन फिर भी गवर्नमेंट की एक होर स्कीम है क्रेडिट गारंटी फंड एक गवर्नमेंट ने खोलिया है उस स्कीम दे विच उहदे लोन नूं कवर करके उन्होंने बिना सिक्योरिटी तो भी लोन जिहड़े आ छोटे लोन जिहड़े दिते जाते हैं। सो मैं तो लोगों को यह आह्वान करांगा कि वो RCT दे विच आन ये RCT ਦਾ ਜਿਹੜਾ ਸਾਡਾ ਆਫਿਸ ਹੈ ਇਹ ਜ਼ਿਲ੍ਹਾ ਪਰਿਸ਼ਦ ਬਿਲਡਿੰਗ ਦੇ ਵਿੱਚ ਸਾਹਮਣੇ ਹੈੱਡ ਪੋਸਟ ਆਫਿਸ ਹੁਸ਼ਿਆਰਪੁਰ ਸਿਵਲ ਲਾਈਨ ਦੇ ਵਿੱਚ ਸਥਾਪਿਤ ਹੈ ਔਰ ਬਿਲਕੁਲ ਸਾਨੂੰ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਸਟੇਟ ਗਵਰਨਮੈਂਟ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਜਗ੍ਹਾ ਸਾਨੂੰ ਪ੍ਰੋਵਾਈਡ ਕੀਤੀ ਹੋਈ ਹੈ ਇਸ ਇੰਸਟੀਚਿਊਟ ਨੂੰ ਚਲਾਉਣ ਵਾਸਤੇ। ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਹੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ अपना सानू इत्थे प्रैमिसिस प्रोवाइड किया है और असी इत्थे लोगों की सेवा लई तत्पर हाँ और नाल ही पंजाब नैशनल बैंक इस संस्था दे बड़े सुसज्जे ढंग नाल चला रहा। मैं लोगों को फिर एक बार आह्वान करांगा कि वो इस संस्था दे विच आन साडी गाइडेंस लैन कोई ट्रेनिंग लैनी है वो लैन या होर भी कोई उन्होंने ट्रेनिंग तो इलावा होर किसी तरह की कोई लोन की गाइडेंस लैनी होवे वो भी असी देण नूं लोगों वास्ते तैयार।
ਥੈਂਕ ਯੂ ਵੈਰੀ ਮਚ ਮੈਡਮ, ਤੁਹਾਡਾ ਇੱਥੇ ਆਉਣ 'ਤੇ ਮੈਂ ਇੱਕ ਵਾਰੀ ਫੇਰ ਬਹੁਤ ਸਾਰਾ ਸਵਾਗਤ ਕਰਦਾ ਔਰ ਰੈਸਟਵੇ ਦੀ ਸਾਰੀ ਟੀਮ ਦਾ ਥੈਂਕ ਯੂ ਵੈਰੀ ਮਚ। ਇਹ ਸਨ ਸਾਡੇ ਨਾਲ ਆਰਸੈਟੀ ਹੁਸ਼ਿਆਰਪੁਰ ਦੇ ਡਾਇਰੈਕਟਰ ਸਾਹਿਬ ਕ੍ਰਿਸ਼ਨ ਗੋਪਾਲ ਸ਼ਰਮਾ ਜੀ, ਜਿਨ੍ਹਾਂ ਨੇ ਗਵਰਨਮੈਂਟ ਵੱਲੋਂ ਚਲਾਈਆਂ ਹੋਈਆਂ ਸਕੀਮਾਂ ਦੇ ਬਾਰੇ ਵਿੱਚ ਬਹੁਤ ਅੱਛੇ ਤਰੀਕੇ ਦੇ ਨਾਲ ਜਾਣਕਾਰੀ ਦਿੱਤੀ ਤੇ ਇਸ ਇੰਸਟੀਚਿਊਟ ਦੇ ਬਾਰੇ ਵਿੱਚ ਦੱਸਿਆ। ਤੇ ਸਾਡੀ ਸਾਰਿਆਂ ਨੂੰ ਰਿਕੁਐਸਟ ਹੈ, ਜੋ ਬੇਰੁਜ਼ਗਾਰ ਨੌਜਵਾਨ ਕੰਮ ਕਰਨਾ ਚਾਹੁੰਦੇ ਆ ਬਟ ਉਹਨਾਂ ਦੇ ਕੋਲ ਇਨਵੈਸਟਮੈਂਟ ਨਹੀਂ ਹੈ, ਉਹ ਇੱਥੇ ਆ ਕੇ ਇਹਨਾਂ ਕੋਲੋਂ ਸਲਾਹ ਲੈ ਸਕਦੇ ਆ ਔਰ ਆਪਣਾ ਕੋਈ ਵੀ ਰੁਜ਼ਗਾਰ ਚਲਾ ਸਕਦੇ ਆ। ਹੁਣ ਮੈਨੂੰ ਜੈਸਪਿਨ ਸੰਦਰ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਰੈਸਟਵੇ ਐਕਸਪ੍ਰੈਸ ਚੈਨਲ।